ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਸੰਖੇਪ ਇਤਿਹਾਸ। ਗੁਰੂ ਗੋਬਿੰਦ ਸਿੰਘ ਜੀ ਤੋਂ ਅਮਰ ਛਕਣ ਵਾਲੇ ਉੱਘੇ ਗੁਰਸਿੱਖਾਂ ਵਿੱਚੋਂ ਇੱਕ ਭਾਈ ਹਰਦਾਸ ਸਿੰਘ ਜੀ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਸਨ ਅਤੇ ਇੱਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋ ਬਜਵਾੜੇ ਦੀ ਲੜਾਈ ਵਿੱਚ ਬੜੀ ਸੂਰਮਗਤੀ ਨਾਲ ਲੜਦਿਆਂ ਸ਼ਹੀਦ ਹੋ ਗਏ। ਇਹਨਾਂ ਦੇ ਪੁੱਤਰ ਭਾਈ ਭਗਵਾਨ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ, ਬਾਣੀ ਦੇ ਪ੍ਰੇਮੀ ਅਤੇ ਨਿਤਨੇਮੀ ਸਿੱਖ ਸਨ। ਸੇਵਾ ਭਾਵਨਾ ਅਤੇ ਪਰਉਪਕਾਰ ਕਾਰਨ ਹਰਮਨ ਪਿਆਰੀ ਅਤੇ ਸਤਿਕਾਰੀ ਜਾਂਦੀ ਸ਼ਖਸੀਅਤ ਸਨ। ਉਹਨਾਂ ਦੇ 5 ਪੁੱਤਰ ਸਨ, ਜਿਨ੍ਹਾਂ ਵਿੱਚੋਂ ਜੱਸਾ ਸਿੰਘ ਜੀ ਸਭ ਤੋਂ ਵੱਡੇ ਸਨ। ਇਹਨਾਂ ਦਾ ਜਨਮ 1723 ਈਸਵੀ ਵਿੱਚ ਹੋਇਆ। ਗਿਆਨੀ ਭਗਵਾਨ ਸਿੰਘ ਜੀ ਨੇ ਸ਼ੁਰੂ ਤੋਂ ਹੀ ਸਾਰੇ ਬੱਚਿਆਂ ਦੀ ਧਾਰਮਿਕ ਅਤੇ ਸ਼ਸਤਰ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ 1 ਲੱਖ ਰੁਪਏ ਦੀ ਜਗੀਰ ਅਤੇ ਖਿਲਤ ਸਰਬਸੰਮਤੀ ਨਾਲ ਨਵਾਬ ਕਪੂਰ ਸਿੰਘ ਜੀ ਦੇ ਹਵਾਲੇ ਕੀਤੀ। ਗਿਆਨੀ ਭਗਵਾਨ ਸਿੰਘ ਜੀ ਦੀ ਸੂਰਮਗਤੀ ਦੇ ਕਾਰਨ ਜ਼ਕਰੀਆ ਖਾਨ ਨੇ ਇਹਨਾਂ ਨੂੰ 5 ਪਿੰਡਾਂ ਦੀ ਜਗੀਰ ਭੇਟਾ ਕੀਤੀ। ਗਿਆਨੀ ਭਗਵਾਨ ਸਿੰਘ ਜੀ ਦੇ ਜੰਗ ਵਿੱਚ ਲੜਦਿਆਂ 1738 ਈਸਵੀ ਵਿੱਚ ਸ਼ਹੀਦ ਹੋਣ ਉਪਰੰਤ ਵਾਲਾ ਪਿੰਡ ਜੱਸਾ ਸਿੰਘ ਦੇ ਹਿੱਸੇ ਆਇਆ। ਇੱਥੇ ਹੀ ਇਸ ਨੇ ਰਾਜ ਪ੍ਰਬੰਧ ਕਰਨ ਦਾ ਤਜਰਬਾ ਹਾਸਲ ਕੀਤਾ। ਇੱਥੇ ਹੀ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨਾਲ ਮੁੱਠਭੇੜ ਹੋਈ, ਜਿਸ ਵਿੱਚ ਜੱਸਾ ਸਿੰਘ ਦੀ ਜਿੱਤ ਹੋਈ। 1745 ਈਸਵੀ ਵਿੱਚ ਜ਼ਕਰੀਆ ਖਾਨ ਦੀ ਮੌਤ ਪਿੱਛੋਂ ਸਿੱਖਾਂ ਨੇ ਆਪਣੀ ਤਾਕਤ ਵਧਾ ਕੇ ਥਾਂ-ਥਾਂ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਸਰਦਾਰ ਜੱਸਾ ਸਿੰਘ ਵੀ ਆਪਣੇ ਸਾਥੀਆਂ ਸਮੇਤ ਸਰਦਾਰ ਆਨੰਦ ਸਿੰਘ ਸੰਘਾਰਣੀਏ ਦੇ ਜਥੇ ਵਿੱਚ ਸ਼ਾਮਲ ਹੋ ਗਿਆ। ਸਿੱਖਾਂ ਨੇ ਛੇਤੀ ਹੀ ਆਪਣੀ ਵਾਧੀ ਤਾਕਤ ਦਾ ਵਿਖਾਵਾ ਕਰਨ ਲਈ ਆਨੰਦਪੁਰ ਸਾਹਿਬ, ਹੋਲਾ ਮਹੱਲਾ ਅਤੇ ਅੰਮ੍ਰਿਤਸਰ ਵਿਖੇ ਵਿਸਾਖੀ ਮਨਾ ਕੇ ਆਪਣੀ ਆਨ ਸ਼ਾਨ ਦੀ ਰਖਵਾਲੀ ਲਈ ਕਿਲ੍ਹਾ ਉਸਾਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਅਤੇ ਮਾੜੀ ਕੰਬੋਕੇ ਦੇ ਸੁੱਖਾ ਸਿੰਘ ਦੀ ਸਲਾਹ ਤੇ ਪਹਿਲਾ ਕਿਲ੍ਹਾ ਅੰਮ੍ਰਿਤਸਰ ਵਿੱਚ ਹੀ ਰਾਮ ਰੌਣੀ ਨਾਂ ਦਾ ਉਸਾਰਿਆ ਗਿਆ। ਇਸ ਕਿਲ੍ਹੇ ਦੀ ਉਸਾਰੀ ਵਿੱਚ ਸਰਦਾਰ ਜੱਸਾ ਸਿੰਘ ਅਤੇ ਉਸ ਦੇ ਸਾਥੀਆਂ ਨੇ ਵਿਸ਼ੇਸ਼ ਰੂਪ ਵਿੱਚ ਹਿੱਸਾ ਲਿਆ, ਜਿਸ ਕਰਕੇ ਇਹਨਾਂ ਨੂੰ ਰਾਮਗੜੀਏ ਦਾ ਲਕਬ ਪ੍ਰਾਪਤ ਹੋਇਆ। ਜਲੰਧਰ ਦੇ ਸੂਬੇਦਾਰ ਅਦੀਨਾ ਬੇਗ ਨੇ ਸਿੱਖਾਂ ਨਾਲ ਸਮਝੌਤਾ ਕਰਕੇ ਆਪਣੀ ਤਾਕਤ ਵਧਾਉਣ ਦਾ ਫੈਸਲਾ ਲਿਆ ਅਤੇ ਸਿੱਖਾਂ ਵੱਲ ਕਈ ਦੂਤ ਭੇਜੇ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਉਸ ਨਾਲ ਕਿਸੇ ਤਰ੍ਹਾਂ ਦਾ ਵੀ ਸਲਾਹ ਮਸ਼ਵਰਾ ਕਰਨ ਤੋਂ ਨਾ ਕਰ ਦਿੱਤੀ, ਪਰ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਸੁਲ੍ਹਾ ਦਾ ਸੱਦਾ ਪ੍ਰਵਾਨ ਕਰ ਲਿਆ। ਅਦੀਨਾ ਬੇਗ ਅਤੇ ਜੱਸਾ ਸਿੰਘ ਦੋਵੇਂ ਹੀ ਆਪਣੀ ਆਪਣੀ ਗਰਜ ਲਈ ਇੱਕ ਦੂਜੇ ਨੂੰ ਵਰਤਣਾ ਚਾਹੁੰਦੇ ਸਨ। ਜੱਸਾ ਸਿੰਘ ਬਾਰੇ ਆਮ ਤੌਰ ਤੇ ਖਿਆਲ ਕੀਤਾ ਜਾਂਦਾ ਕਿ ਉਹ ਮੁਗਲਾਂ ਦੇ ਵਿੱਚ ਰਹਿ ਕੇ ਉਹਨਾਂ ਦੀਆਂ ਸਿੱਖਾਂ ਪ੍ਰਤੀ ਸਾਜ਼ਿਸ਼ਾਂ ਅਤੇ ਮੁਗਲਈ ਫੌਜ ਤੇ ਲੜਾਈ ਦੇ ਤਰੀਕਿਆਂ ਤੋਂ ਜਾਣੂ ਹੋਣਾ ਚਾਹੁੰਦਾ ਸੀ। ਉਹ ਮੁਗਲਾਂ ਦੇ ਵਿੱਚ ਰਹਿ ਕੇ ਆਪਣੀ ਕੌਮ ਦੀ ਵਧੇਰੇ ਸੇਵਾ ਕਰ ਸਕਣ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਇਸੇ ਲਈ ਉਸਨੇ ਅਦੀਨਾ ਬੇਗ ਨੂੰ ਮਿਲਣ ਦਾ ਫੈਸਲਾ ਕਰ ਲਿਆ। ਅਦੀਨਾ ਬੇਗ ਨੇ ਜੱਸਾ ਸਿੰਘ ਨੂੰ ਫੌਜ ਦਾ ਜਰਨੈਲ ਨਿਯੁਕਤ ਕੀਤਾ। ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਕੇ ਜੱਸਾ ਸਿੰਘ ਨੇ ਮੁਗਲ ਫੌਜ ਵਿੱਚ ਆਪਣੀ ਪੋਜੀਸ਼ਨ ਥਾਂ ਪੱਕੀ ਕਰਨ ਵਾਸਤੇ ਸਿੱਖਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਦੀ ਪੂਰੀ ਵਾਹ ਲਾ ਦਿੱਤੀ। ਆਪਣਾ ਅਸਰ ਸੂਖ ਵਰਤ ਕੇ ਉਸ ਨੇ ਅਦੀਨਾ ਬੇਗ ਪਾਸੋਂ ਕਈ ਸਿੱਖਾਂ ਨੂੰ ਜਲੰਧਰ ਦੁਆਬੇ ਵੀ ਨਿਯੁਕਤ ਕਰਵਾਇਆ। ਇਸੇ ਸਮੇਂ ਉਸ ਨੇ ਦੀਵਾਨ ਕੌੜਾ ਮੱਲ, ਜੋ ਲਾਹੌਰ ਦੇ ਸੂਬੇਦਾਰ ਦਾ ਵਜ਼ੀਰ ਸੀ, ਨਾਲ ਵੀ ਚੰਗਾ ਅਸਰ ਸੂਖ ਪੈਦਾ ਕਰ ਲਿਆ। ਮੁਗਲ ਹੁਕਮ ਦੇ ਮਜਬੂਰ ਕਰਨ ਤੇ ਉਸ ਨੂੰ ਸਿੱਖਾਂ ਨਾਲ ਦੋਸਤੀ ਖਤਮ ਕਰਨੀ ਪਈ ਤੇ ਉਲਟਾ ਉਸ ਨੂੰ ਸੂਬੇਦਾਰ ਦੀ ਮਰਜ਼ੀ ਅਨੁਸਾਰ ਸਿੱਖਾਂ ਉੱਤੇ ਸਖਤੀ ਕਰਨੀ ਪਈ। ਇਸ ਕਰਕੇ ਸਿੱਖਾਂ ਨੂੰ ਜਲੰਧਰ ਦੁਆਬੇ ਵਿੱਚੋਂ ਨਿਕਲ ਕੇ ਜੰਗਲਾਂ ਤੇ ਪਹਾੜੀਆਂ ਵਿੱਚ ਜਾ ਕੇ ਲੁਕਣਾ ਪਿਆ। ਕੁਝ ਸਿਰ ਕੱਢ ਅਤੇ ਦਲੇਰ ਸਿੱਖ ਅੰਮ੍ਰਿਤਸਰ ਵਿਖੇ ਰਾਮ ਰੌਣੀ ਦੀ ਰਾਖੀ ਲਈ ਪਹੁੰਚ ਗਏ ਅਤੇ ਕਈ ਬਾਹਰੋਂ ਮਦਦ ਭੇਜਦੇ ਰਹੇ। ਸਿੱਖਾਂ ਨੂੰ ਖਤਮ ਕਰਨ ਲਈ ਲਾਹੌਰ ਦੇ ਮੀਰ ਮੰਨੂ ਵੱਲੋਂ ਇੱਕ ਗਸ਼ਤੀ ਫੌਜ ਭੇਜਣ ਤੇ ਅਦੀਨਾ ਬੇਗ ਨੂੰ ਵੀ ਆਪਣੀ ਫੌਜ ਦੇ ਕੁਝ ਦਸਤੇ ਭੇਜਣੇ ਪਏ, ਜਿਨ੍ਹਾਂ ਵਿੱਚੋਂ ਜੱਸਾ ਸਿੰਘ ਦਾ ਦਸਤਾ ਵੀ ਸ਼ਾਮਲ ਸੀ। ਰਲੀ ਮਿਲੀ ਫੌਜ ਨੇ ਰਾਮ ਰੌਣੀ ਨੂੰ ਘੇਰਾ ਪਾ ਲਿਆ। ਲਗਾਤਾਰ 4 ਮਹੀਨੇ ਦੇ ਸਖਤ ਘੇਰੇ ਕਾਰਨ ਕਿਲ੍ਹੇ ਵਿੱਚ ਘਿਰੇ ਹੋਏ ਸਿੱਖਾਂ ਕੋਲ ਰਾਸ਼ਨ ਪਾਣੀ ਬਿਲਕੁਲ ਖਤਮ ਹੋ ਗਿਆ। ਸਿੱਖਾਂ ਨੇ ਕਿਲ੍ਹੇ ਵਿੱਚੋਂ ਨਿਕਲ ਜਾਣ ਦਾ ਫੈਸਲਾ ਕੀਤਾ। ਸਿੱਖਾਂ ਦੇ ਕਿਲ੍ਹਾ ਖਾਲੀ ਕਰਨ ਤੇ ਦੁਸ਼ਮਣ ਨੇ ਕਿਲ੍ਹਾ ਢਾਹ ਦੇਣਾ ਸੀ। ਜੱਸਾ ਸਿੰਘ ਨੇ ਸਿੱਖਾਂ ਦੀ ਆਨ ਤੇ ਸ਼ਾਨ ਦੇ ਪ੍ਰਤੀਕ ਇੱਕੋ ਕਿਲ੍ਹੇ ਦੀ ਹੋਂਦ ਨੂੰ ਖਤਰੇ ਵਿੱਚ ਪਿਆ ਮਹਿਸੂਸ ਕੀਤਾ ਤਾਂ ਯੋਗ ਮੌਕਾ ਦੇਖ ਕੇ ਆਪਣੇ ਸਾਰੇ ਜਥੇ ਸਮੇਤ ਕਿਲ੍ਹੇ ਵਿੱਚ ਜਾ ਵੜਿਆ ਤੇ ਉਸ ਦੀ ਰੱਖਿਆ ਦਾ ਸਾਰਾ ਭਾਰ
ਆਪਣੇ ਜਿੰਮੇ ਲੈ ਕੇ ਕਿਲੇ ਵਿੱਚ ਘਿਰੇ ਸਿੱਖਾਂ ਦੇ ਉਤਸ਼ਾਹ ਨੂੰ ਅਥਾਹ ਵਧਾ ਦਿੱਤਾ। ਉਧਰ ਜੱਸਾ ਸਿੰਘ ਵਰਗੇ ਉੱਘੇ ਜਰਨੈਲ ਦਾ ਮੁਗਲ ਫੌਜ ਵੱਲੋਂ ਪਾਸਾ ਫੇਰ ਲੈਣ ਨਾਲ ਲਾਹੌਰ ਸਰਕਾਰ ਦੀ ਫੌਜ ਬੜੀ ਨਿਰ ਉਤਸ਼ਾਹਤ ਹੋਈ, ਪਰ ਸਿੱਖਾਂ ਵਿੱਚ ਉਤਸ਼ਾਹ ਫੈਲ ਗਿਆ ਕਿਉਂਕਿ ਉਹਨਾਂ ਉੱਤੇ ਆਇਆ ਅਤ ਬਿਖੜਾ ਸੰਕਟ ਜੱਸਾ ਸਿੰਘ ਦੀ ਗੁਰਸਿੱਖੀ, ਦੂਰ ਅੰਦੇਸ਼ੀ ਅਤੇ ਰਾਜਨੀਤਿਕ ਸਿਆਣਪ ਨਾਲ ਵਕਤ ਸਿਰ ਦਿੱਤੀ ਮਦਦ ਕਾਰਨ ਟਲ ਗਿਆ ਸੀ। ਇਸ ਨਾਲ ਉਸ ਨੇ ਗੁਰੂ ਪੰਥ ਪ੍ਰਤੀ ਆਪਣੀ ਕੁਰਬਾਨੀ ਭਰੀ ਸੋਚ ਦਾ ਵੀ ਅਕੱਟ ਸਬੂਤ ਦੇ ਦਿੱਤਾ। ਆਪਣਾ ਅਸਰ ਰਸੂਖ ਵਰਤ ਕੇ ਦੀਵਾਨ ਕੌੜਾ ਮੱਲ ਨੂੰ ਸੁਨੇਹੇ ਭੇਜ ਕੇ ਮੀਰ ਮਨੂ ਨੂੰ ਕਿਲੇ ਦਾ ਘੇਰਾ ਚੁੱਕਣ ਦੀ ਸਲਾਹ ਦੇਣ ਲਈ ਵੀ ਪ੍ਰੇਰ ਲਿਆ। ਦੀਵਾਨ ਕੌੜਾ ਮੱਲ ਨੇ ਅੱਗੋਂ ਆਪਣਾ ਅਸਰ ਰਸੂਖ ਵਰਤ ਕੇ ਸਿੱਖਾਂ ਅਤੇ ਲਾਹੌਰ ਸਰਕਾਰ ਵਿਚਕਾਰ ਸਮਝੌਤਾ ਕਰਵਾ ਦਿੱਤਾ। ਨਤੀਜੇ ਵਜੋਂ ਰਾਮ ਲਾਉਣੀ ਦਾ ਘੇਰਾ ਚੁੱਕਿਆ ਗਿਆ। 1749 ਵਿੱਚ ਫਿਰ ਮੀਰ ਮਨੂ ਨੇ ਸਿੱਖਾਂ ਨੂੰ ਬਿਲਕੁਲ ਹੀ ਖਤਮ ਕਰ ਦੇਣ ਦੇ ਉਦੇਸ਼ ਨਾਲ ਅਦੀਨਾ ਬੇਗ ਅਤੇ ਸਦੀਕ ਦੀ ਕਮਾਨ ਹੇਠ ਇੱਕ ਵੱਡੀ ਗਸ਼ਤੀ ਫੌਜ ਭੇਜੀ, ਜਿਨ੍ਹਾਂ ਥਾਂ-ਥਾਂ ਤੇ ਸਿੱਖਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ। ਇਸ ਅੱਤ ਤੇ ਜ਼ੁਲਮ ਦੀ ਪ੍ਰੋੜਤਾ ਉਸ ਵੇਲੇ ਦਾ ਇੱਕ ਪੰਜਾਬੀ ਬੋਲ ਵੀ ਕਰਦਾ ਹੈ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸਿੱਖਾਂ ਉੱਤੇ ਸਖਤੀ ਦਾ ਸਭ ਤੋਂ ਪਹਿਲਾ ਨਿਸ਼ਾਨ ਰਾਮਗੜ੍ਹ ਹੀ ਹੋਇਆ ਕਰਦਾ ਸੀ। ਸੋ ਸਰਕਾਰੀ ਫੌਜ ਨੇ ਕਿਲੇ ਨੂੰ ਘੇਰਾ ਪਾ ਲਿਆ। ਉਸ ਸਮੇਂ ਜੱਸਾ ਸਿੰਘ ਦੀ ਕਮਾਨ ਹੇਠ ਉੱਥੇ 900 ਸਿੰਘ ਮੌਜੂਦ ਸਨ। ਦੁਸ਼ਮਣ ਦੀ ਬਹੁਤੀ ਫੌਜ ਕਾਰਨ ਉਹ ਲੜਦੇ ਨਿਕਲ ਗਏ ਅਤੇ ਮਗਰੋਂ ਦੁਸ਼ਮਣ ਨੇ ਕਿਲਾ ਢਹਿ ਢੇਰੀ ਕਰ ਦਿੱਤਾ। ਮੌਕਾ ਮਿਲਣ ਤੇ ਸਿੰਘਾਂ ਨੇ ਜੱਸਾ ਸਿੰਘ ਦੀ ਅਗਵਾਈ ਵਿੱਚ ਕਿਲਾ ਮੁੜ ਉਸਾਰ ਲਿਆ। ਮੀਰ ਮਨੂ ਉਪਰੰਤ ਤੈਮੂਰ ਖਾਨ ਲਾਹੌਰ ਦਾ ਸੂਬੇਦਾਰ ਬਣਿਆ। ਉਸ ਨੇ ਵੀ ਮੀਰ ਮਨੂ ਵਾਂਗ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਫੈਸਲਾ ਕਰਕੇ ਸਿੱਖਾਂ ਦੀ ਸ਼ਾਨ ਦੇ ਪ੍ਰਤੀਕ ਰਾਮਗੜ੍ਹ ਅਤੇ ਅੰਮ੍ਰਿਤਸਰ ਨੂੰ ਮਲੀਆ ਮੇਟ ਕਰਨ ਦੇ ਇਰਾਦੇ ਨਾਲ 1757 ਵਿੱਚ ਆ ਘੇਰਾ ਪਾਇਆ। ਸਰਦਾਰ ਜੱਸਾ ਸਿੰਘ ਜੀ ਦੀ ਅਗਵਾਈ ਸਿੱਖਾਂ ਦੇ ਡਟ ਕੇ ਮੁਕਾਬਲਾ ਕਰਨ ਦੇ ਬਾਵਜੂਦ ਵੈਰੀ ਦੀ ਗਿਣਤੀ ਬਹੁਤੀ ਹੋਣ ਕਾਰਨ ਉਹਨਾਂ ਨੂੰ ਕਿਲਾ ਛੱਡ ਕੇ ਜੰਗਲ ਵਿੱਚ ਨਿਕਲਣਾ ਪਿਆ। ਹੰਕਾਰ ਵਿੱਚ ਅੰਨੇ ਹੋ ਕੇ ਵੈਰੀ ਦੀ ਫੌਜ ਨੇ ਪਹਿਲਾਂ ਰਾਮਗੜ੍ਹ ਤੇ ਫਿਰ ਦਰਬਾਰ ਸਾਹਿਬ ਨੂੰ ਢਾਹ ਦਿੱਤਾ ਤੇ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ। ਬਾਅਦ ਵਿੱਚ ਜਦੋਂ ਤੈਮੂਰ ਸ਼ਾਹ ਤੇ ਜਹਾਨ ਖਾਨ ਸਿੱਖਾਂ ਤੇ ਅਦੀਨਾ ਬੇਗ ਦੀ ਮਿਲਮੀ ਫੌਜ ਤੋਂ ਹਾਰ ਕੇ ਅਫਗਾਨਿਸਤਾਨ ਦੌੜ ਗਏ ਤਾਂ ਅਦੀਨਾ ਬੇਗ ਨੇ ਲਾਹੌਰ ਦੀ ਹਕੂਮਤ ਸੰਭਾਲੀ, ਪਰ ਇਸ ਨੇ ਸਿੱਖਾਂ ਦੀ ਵਧੀ ਤਾਕਤ ਤੋਂ ਭੈਭੀਤ ਹੋ ਕੇ ਆਪਣਾ ਰਾਜ ਖੁੱਸਣ ਦੇ ਡਰੋਂ ਇੱਕ ਵਾਰ ਫਿਰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਮੀਰ ਅਜੀਜ਼ ਬਖਸ਼ੀ ਨੂੰ ਫੌਜ ਦੇ ਕੇ ਭੇਜਿਆ। ਸਦਾ ਵਾਂਗ ਪਹਿਲਾ ਹਮਲਾ ਅੰਮ੍ਰਿਤਸਰ ਅਤੇ ਰਾਮਗੜ੍ਹ ਤੇ ਹੀ ਹੋਇਆ ਅਤੇ ਇਹਨਾਂ ਨੂੰ ਘੇਰੇ ਵਿੱਚ ਲੈ ਲਿਆ ਗਿਆ। ਅੰਦਰ ਜੱਸਾ ਸਿੰਘ ਦੇ ਨਾਲ ਜੈ ਸਿੰਘ ਕਨ੍ਹਈਆ ਵੀ ਮੌਜੂਦ ਸੀ। ਅਤਿਅੰਤ ਸੂਰਬੀਰਤਾ ਦਿਖਾਉਣ ਦੇ ਬਾਵਜੂਦ ਦੁਸ਼ਮਣ ਦੀ ਜ਼ਿਆਦਾ ਗਿਣਤੀ ਕਾਰਨ ਇੱਕ ਰਾਤ ਕਿਲੇ ਦੀ ਕੰਧ ਵਿੱਚ ਮੰਗੋਰਾ ਕਰਕੇ ਸਿੱਖ ਬਾਹਰ ਨਿਕਲ ਗਏ। ਦੁਸ਼ਮਣ ਨੇ ਫਿਰ ਕਿਲਾ ਮਿੱਟੀ ਵਿੱਚ ਮਿਲਾ ਦਿੱਤਾ। 5 ਫਰਵਰੀ 1762 ਨੂੰ ਮਲੇਰਕੋਟਲੇ ਦੇ ਨੇੜੇ ਪਿੰਡ ਕੋਪਰ ਹੀੜੇ ਦੇ ਅਚਾਨਕ ਹਮਲੇ ਵਿੱਚ ਅਬਦਾਲੀ ਨੇ ਇੱਕੋ ਹੀ ਦਿਨ ਵਿੱਚ 20,000 ਤੋਂ ਵੱਧ ਸਿੱਖ ਸ਼ਹੀਦ ਕਰ ਦਿੱਤੇ। ਇਸ ਭਾਰੀ ਸੱਟ ਨੂੰ ਸਹਿਣਾ ਸਿੱਖ ਕੌਮ ਲਈ ਬਹੁਤ ਮੁਸ਼ਕਲ ਸੀ, ਪਰ ਤਲਵਾਰਾਂ ਦੀ ਛਾਂ ਹੇਠ ਪਲੇ ਅਤੇ ਅਨੇਕਾਂ ਸਖਤੀਆਂ ਸਹਿ ਚੁੱਕੇ ਸਿੱਖ ਇਸ ਸੱਟ ਨੂੰ ਭਾਣੇ ਦੀ ਇੱਕ ਹੋਰ ਖੇਡ ਸਮਝ ਕੇ ਹੱਸ ਕੇ ਜਰ ਗਏ। ਅਬਦਾਲੀ ਨੂੰ ਪਤਾ ਸੀ ਕਿ ਸਿੱਖ ਅਚਨਚੇਤ ਹਮਲੇ ਵਿੱਚ ਕੁਥਾਏ ਫਸੇ ਸੰਜੋਗ ਨਾਲ ਹੀ ਨੁਕਸਾਨ ਕਰਾ ਗਏ ਹਨ। ਇਸ ਲਈ ਉਸਨੇ ਲਾਹੌਰ 3 ਮਾਰਚ 1762 ਨੂੰ ਵਾਪਸ ਪਹੁੰਚ ਕੇ ਹਿੱਸਾ ਲਿਆ ਅਤੇ 9 ਅਪ੍ਰੈਲ 1762 ਨੂੰ ਦਰਬਾਰ ਸਾਹਿਬ ਅਤੇ ਨਾਲ ਦੇ ਬੁੰਗੇ ਨੂੰ ਬਰੂਦ ਨਾਲ ਉਡਾਉਣ ਦਾ ਹੁਕਮ ਦਿੱਤਾ ਤੇ ਸਰੋਵਰ ਪੂਰਨਾ ਸ਼ੁਰੂ ਕਰ ਦਿੱਤਾ। ਅਚਾਨਕ ਇੱਕ ਰੋੜਾ ਉੱਡ ਕੇ ਉਸ ਦੇ ਨੱਕ ਤੇ ਲੱਗਾ ਤੇ ਜ਼ਖਮ ਹੋ ਗਿਆ। ਅੰਤ ਇਸ ਫੋੜੇ ਨਾਲ ਹੀ 23 ਅਕਤੂਬਰ 1772 ਵਿੱਚ ਅਬਦਾਲੀ ਮਰ ਗਿਆ। ਤਦ ਖਾਲਸੇ ਨੇ 16 ਅਕਤੂਬਰ 1762 ਨੂੰ ਦੁਰਾਨੀ ਨੂੰ ਸਬਕ ਸਿਖਾਉਣ ਲਈ ਅੰਮ੍ਰਿਤਸਰ ਵਿਖੇ ਇਕੱਠ ਕੀਤਾ। ਦੂਸਰੇ ਪਾਸਿਓਂ ਦੁਰਾਨੀ ਵੀ ਅੰਮ੍ਰਿਤਸਰ ਆ ਉਤਰਿਆ। 17 ਅਕਤੂਬਰ ਨੂੰ ਹੋਈ ਗਹਿਗਾ ਚ ਲੜਾਈ ਵਿੱਚ ਦੁਰਾਨੀ ਦੀ ਹਾਲਤ ਬਹੁਤ ਮਾੜੀ ਹੋਈ। ਉਹ ਰਾਤ ਦੇ ਹਨੇਰੇ 'ਚ ਵਾਪਸ ਲਾਹੌਰ ਪਹੁੰਚਿਆ ਤੇ ਉੱਥੋਂ ਜ਼ਰੂਰੀ ਸਮਾਨ ਲੈ ਕੇ ਵਾਪਸ ਅਫਗਾਨਿਸਤਾਨ ਲਈ ਦੌੜ ਗਿਆ। ਉਸ ਦੇ ਵਾਪਸ ਜਾਣ ਦੀ ਦੇਰ ਸੀ ਕਿ ਦਸੰਬਰ 1762 ਵਿੱਚ ਸਿੱਖਾਂ ਨੇ ਪੰਜਾਬ ਵਿੱਚ ਅਬਦਾਲੀ ਦੇ ਨਿਯੁਕਤ ਕੀਤੇ ਹਾਕਮਾਂ ਨੂੰ ਥਾਂ ਪਰ ਥਾਂ ਸੋਧਣਾ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਲੜਾਈ ਦਾ ਗੁਰੀਲਾ ਢੰਗ ਅਪਣਾ ਕੇ ਆਪਣੀ ਤਾਕਤ ਬੇਹੱਦ ਵਧਾ ਲਈ ਸੀ। 1764 ਵਿੱਚ ਅਬਦਾਲੀ ਨੇ ਸਰਹੰਦ ਪੁੱਜਣ ਤੇ
ਉਜੜੀ ਸਰਹੰਦ ਨੂੰ ਦੇਖ ਕੇ ਸਿੱਖਾਂ ਨਾਲ ਮੁਕਾਬਲਾ ਕਰਨ ਦਾ ਫੈਸਲਾ ਕੀਤਾ। ਇਸ ਲੜਾਈ ਵਿੱਚ ਸਿੱਖਾਂ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜੀਆ ਦੇ ਸਹਿਯੋਗ ਹੱਥਾਂ ਵਿੱਚ ਸੀ। ਇਹਨਾਂ ਦੀ ਦ੍ਰਿੜ ਵੀਰਤਾ ਭਰੀ ਅਤੇ ਸਹਿਯੋਗ ਅਗਵਾਈ ਵਿੱਚ ਸਿੱਖਾਂ ਦੀ ਦਲੇਰੀ ਇੰਜ ਚਮਕੀ ਕਿ ਅਬਦਾਲੀ ਨੂੰ ਬੇਬਸ ਹੋ ਕੇ ਵਾਪਸ ਮੁੜਨਾ ਪਿਆ। ਗੁੱਸੇ ਵਿੱਚ ਅਬਦਾਲੀ ਨੇ ਮੁੜ 1767 ਈਸਵੀ ਵਿੱਚ ਲਾਹੌਰ ਅਤੇ ਅੰਮ੍ਰਿਤਸਰ ਤੇ ਹਮਲਾ ਕੀਤਾ। ਸਿੱਖ ਆਗੂਆਂ ਨੇ ਅਫਗਾਨਾਂ ਨੂੰ ਚੰਗੀ ਟੱਕਰ ਦਿੱਤੀ ਤੇ ਵਾਪਸੀ ਵੇਲੇ ਅਫਗਾਨ ਫੌਜਾਂ ਦੇ ਬਿਆਸ ਲੰਘਣ ਦੀ ਦੇਰ ਸੀ ਕਿ ਜੱਸਾ ਸਿੰਘ ਰਾਮਗੜੀਆ ਨੇ ਅਚਾਨਕ ਹਮਲਾ ਕਰਕੇ ਅਫਗਾਨ ਫੌਜ ਵਿੱਚ ਭਾਜੜ ਪਾ ਦਿੱਤੀ। ਗਹਿ ਗੱਚ ਲੜਾਈ ਵਿੱਚ ਜੱਸਾ ਸਿੰਘ ਆਹਲੂਵਾਲੀਆ ਜ਼ਖਮੀ ਹੋ ਗਿਆ। ਨੀਤੀ ਤੋਂ ਕੰਮ ਲੈਂਦਿਆਂ ਰਾਮਗੜੀਆ ਸਰਦਾਰ ਮੈਦਾਨ ਤੋਂ ਲਾਂਭੇ ਆ ਗਿਆ। ਉਸ ਨੇ ਇਸ ਅਨੋਖੇ ਢੰਗ ਨਾਲ ਅਬਦਾਲੀ ਨੂੰ ਪਰੇਸ਼ਾਨ ਕਰ ਦਿੱਤਾ। ਰਾਮਗੜੀਆ ਸਰਦਾਰ ਦੀਆਂ ਫੌਜਾਂ ਨੇ ਉਹਨਾਂ ਦਾ ਲੱਕ ਤੋੜ ਦਿੱਤਾ। ਅੰਤ ਅਬਦਾਲੀ ਰਾਮਗੜੀਆ ਸਰਦਾਰ ਤੋਂ ਤੰਗ ਆ ਕੇ ਵਾਪਸ ਮੁੜ ਗਿਆ। ਸਿੱਖਾਂ ਦੀ ਤਾਕਤ ਨੂੰ ਅਨੁਭਵ ਕਰਦਿਆਂ ਅਬਦਾਲੀ ਨੇ ਸਮਝੌਤਾ ਕਰਨਾ ਚਾਹਿਆ ਤਾਂ ਉਹਨਾਂ ਮਨਾ ਕਰ ਦਿੱਤਾ। ਬਿਆਸ ਅਤੇ ਰਾਵੀ ਵਿਚਕਾਰਲੀਆਂ ਤਕਰੀਬਨ ਸਾਰੀਆਂ ਰਿਆਸਤਾਂ ਨੇ ਰਾਮਗੜੀਆ ਸਰਦਾਰ ਦੀ ਅਧੀਨਗੀ ਸਵੀਕਾਰ ਕਰ ਲਈ ਅਤੇ ਜਲੰਧਰ ਦੁਆਬੇ ਦੇ ਮੈਦਾਨੀ ਇਲਾਕੇ ਉੱਤੇ ਵੀ ਉਹ ਕਾਬਜ ਹੋ ਗਿਆ ਤੇ ਸ੍ਰੀ ਹਰਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾ ਕੇ ਰਾਜ ਪ੍ਰਬੰਧ ਚਲਾਇਆ। ਪਹਾੜੀ ਰਿਆਸਤਾਂ ਵਿੱਚੋਂ ਆਪਣੀ ਪ੍ਰਮੁੱਖਤਾ ਰੱਖਣ ਲਈ ਤਲਵਾੜਾ ਨਗਰ ਵਿੱਚ ਕਿਲ੍ਹਾ ਉਸਾਰਿਆ ਤੇ ਆਪਣੇ ਭਰਾ ਅਲੀ ਸਿੰਘ ਨੂੰ 4000 ਸਵਾਰ ਦੇ ਕੇ ਕਿਲ੍ਹੇਦਾਰ ਥਾਪਿਆ। ਭਾਵੇਂ ਮਿਸਲਾਂ ਦੇ ਪਰਸਪਰ ਝਗੜਿਆਂ ਕਾਰਨ ਰਾਮਗੜੀਆ ਸਰਦਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਚੰਗੇ ਨਹੀਂ ਸਨ, ਤਾਂ ਵੀ ਸਾਂਝੇ ਦੁਸ਼ਮਣ ਦੇ ਵਿਰੁੱਧ ਰਾਮਗੜੀਆ ਸਰਦਾਰ ਸਦਾ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕਰਦਾ ਰਿਹਾ। 1796 ਵਿੱਚ ਸ਼ਾਹਜਹਾਨ ਲਾਹੌਰ ਤੱਕ ਆ ਪੁੱਜਾ ਤੇ ਉਸ ਨੇ ਸ੍ਰੀ ਅੰਮ੍ਰਿਤਸਰ ਤੇ ਹਮਲਾ ਕਰਨ ਦੀ ਵਿਉਂਤ ਬਣਾਈ। ਇਸ ਵੇਲੇ ਹੋਰ ਸਿੱਖ ਸਰਦਾਰਾਂ ਦੇ ਨਾਲ ਸਰਦਾਰ ਜੱਸਾ ਸਿੰਘ ਵੀ ਪਵਿੱਤਰ ਸ਼ਹਿਰ ਦੀ ਰੱਖਿਆ ਲਈ ਪੁੱਜਾ ਤੇ ਬਚਾਓ ਵਿੱਚ ਵੱਧ ਚੜ ਕੇ ਹਿੱਸਾ ਲਿਆ। 1803 ਈਸਵੀ ਨੂੰ 80 ਸਾਲ ਦੀ ਉਮਰ ਵਿੱਚ ਜੱਸਾ ਸਿੰਘ ਦੀ ਅਕਾਲ ਚਲਾਣਾ ਕਰ ਗਏ। ਇਹਨਾਂ ਦਾ ਪੁੱਤਰ ਸਰਦਾਰ ਜੋਧ ਸਿੰਘ ਕਾਫੀ ਯੋਗ ਜਾਨਸ਼ੀਨ ਸਾਬਤ ਹੋਇਆ। ਉਸ ਦੇ ਜਿਉਂਦੇ ਜੀ ਅਰਥਾਤ 1816 ਤੱਕ ਮਹਾਰਾਜਾ ਰਣਜੀਤ ਸਿੰਘ ਨਾਲ ਉਸ ਦੇ ਮਿੱਤਰਤਾ ਭਰੇ ਸੰਬੰਧ ਰਹੇ। ਉਤਸ਼ਾਹੀ ਸਿੱਖਾਂ ਲਈ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਜੀਵਨ ਹਮੇਸ਼ਾ ਹੀ ਇੱਕ ਚਾਨਣ ਮੁਨਾਰੇ ਦਾ ਕੰਮ ਦਿੰਦਾ ਰਹੇਗਾ। ਸਰੋਤ ਗੁਰਮਤਿ ਐਲੀਮੈਂਟਰੀ ਕੋਰਸ। ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।